ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਅਸੀਂ ਉਹਦੀਆਂ ਗੱਲਾਂ ਸੁਣਨ ਵਾਲੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਉਹਦੀਆਂ ਗੱਲਾਂ ਸੁਣੀਏ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਤੇ ਅੱਜ ਜੋ ਕੁਝ ਅਸੀਂ ਕਲਾਮ ਦੇ ਚੋਂ ਸੁਣਨ ਵਾਲੇ ਹਾਂ, ਸਿੱਖਣ ਵਾਲੇ ਹਾਂ, ਇਹ ਹੈ ਮਤੀ ਦੀ ਅੰਜੀਲ, ਉਸਦਾ 6 ਬਾਬ 16 ਐਤ ਤੋਂ 18 ਐਤ ਤੱਕ ਵੇਖੀਏ ਤੇ ਲਿਖਿਆ ਮਿਲਦਾ ਹੈ, ਜਦੋਂ ਤੁਸੀਂ ਰੋਜ਼ਾ ਰੱਖੋ। ਕੋ ਦਿਨ ਮਹੀਨੇ ਵਕਤ ਨਹੀਂ ਠਹਿਰਾਇਆ। ਜਦੋਂ ਵੀ ਤੁਸੀਂ ਰੋਜ਼ਾ ਰੱਖੋ ਤੇ ਰਿਆਕਾਰਾਂ ਦੀ ਤਰ੍ਹਾਂ ਆਪਣੀ ਸੂਰਤ ਨਾ ਬਣਾਇਓ ਤੇ ਨਾ ਆਪਣਾ ਮੂੰਹ ਵਿਗਾੜਿਓ, ਇਸ ਕਰਕੇ ਕਿ ਮੂੰਹ ਵਿਗਾੜਦੇ ਆ ਲੋਕ, ਕਿ ਲੋਕ ਸਾਨੂੰ ਰੋਜ਼ਾਦਾਰ ਸਮਝਣ। ਤੇ ਉਹ ਕਹਿੰਦਾ, ਮੈਂ ਤੁਹਾਨੂੰ ਸੱਚ ਕਹਿਣਾ ਕਿ ਤੁਸੀਂ ਆਪਣਾ ਫਿਰ ਅਜਰ ਪਾ ਲਿਆ, ਬਲਕਿ ਜਦੋਂ ਤੁਸੀਂ ਰੋਜ਼ਾ ਰੱਖੋ ਸਿਰ ਵਿੱਚ ਤੇਲ ਪਾਇਓ, ਮੂੰਹ ਵੀ ਧੋਇਓ, ਤੇ ਬੰਦਾ ਨਹੀਂ ਬਲਕਿ ਜਿਹੜਾ ਤੁਹਾਡਾ ਬਾਪ ਏ ਉਹ ਤੁਹਾਨੂੰ ਰੋਜ਼ਾਦਾਰ ਜਾਣੇ, ਤੇ ਇਹ ਸੂਰਤ ਤੇ ਤੁਹਾਡਾ ਬਾਪ ਜਿਹੜਾ ਪਸ਼ੀਦਗੀ ਵਿੱਚ ਵੇਖਦਾ ਏ ਤੁਹਾਨੂੰ ਬਦਲਾ ਦੇਵੇਗਾ। ਸੋ ਐਸੀ ਸੂਰਤ ਬਣਾਉਣੀ ਕਿ ਖੁਦਾ ਦਾ ਤੇ ਬੰਦੇ ਦਾ ਆਪਣਾ ਰਾਬਤਾ ਹੋਵੇ। ਤੇ ਜੇਕਰ 4 ਬਾਪ ਨੂੰ ਪੜ੍ਹਦੇ ਆ, ਮਤੀ 4 ਬਾਪ ਨੂੰ, ਤੇ ਲਿਖਿਆ, ਉਸ ਵਕਤ ਰੂਹ ਯਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਕਿ ਅਬਲੀਸ ਤੋਂ ਅਜ਼ਮਾਇਆ ਜਾਏ, ਤੇ 40 ਦਿਨ ਤੇ 40 ਰਾਤ ਦਾ ਉਹਨੇ ਫਾਕਾ ਕੀਤਾ। ਰੋਜ਼ੇ ਨਹੀਂ ਰੱਖੇ ਬਲਕਿ ਫਾਕਾ ਕੀਤਾ ਹੈ। ਤੇ ਆਖਰ ਨੂੰ ਉਹਨੂੰ ਭੁੱਖ ਲੱਗੀ ਤੇ ਅਜ਼ਮਾਉਣ ਵਾਲੇ ਨੇ ਆਣ ਕੇ ਉਹਦੇ ਕੋਲ ਆਖਿਆ ਕਿ ਅਗਰ ਤੂੰ ਖੁਦਾ ਦਾ ਬੇਟਾ ਏ ਤੇ ਕਹਿ ਇਹ ਪੱਥਰ ਰੋਟੀਆਂ ਬਣ ਜਾਣ। ਤੇ ਉਸਨੇ ਜਵਾਬ ਦੇ ਚ ਆਖਿਆ ਕਿ ਬੰਦਾ ਸਿਰਫ ਰੋਟੀ ਨਾਲ ਜੀਂਦਾ ਨਹੀਂ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਖੁਦਾ ਦੇ ਮੂੰਹ ਚੋਂ ਨਿਕਲਦੀ ਏ। ਸੋ ਬਈ ਭਲਿਓ, ਰੋਜ਼ੇ ਤੇ ਰੱਖਨੇ ਆ, ਪਰ ਖੁਦਾ ਦੀ ਮੂੰਹ ਦੀ ਗੱਲ ਨੂੰ, ਜਿਹਦੇ ਵਿੱਚ ਜ਼ਿੰਦਗੀ ਏ, ਉਹਨੂੰ ਕਬੂਲ ਨਹੀਂ ਕਰਦੇ। ਜਿਸ ਲਈ ਰਸੂਲ ਨੇ, ਪੌਲੁਸ ਰਸੂਲ ਨੇ ਤਮੋਥੀਸ ਨੂੰ ਦੂਸਰਾ ਖਤ ਲਿਖਿਆ, 4 ਬਾਬ ਤੋਂ ਉਸਦੀ ਪਹਿਲੀ ਐਤ ਤੋਂ ਪੜ੍ਹੀਏ, ਤੇ ਉਸਨੇ ਉਹਨੂੰ ਆਖਿਆ, ਉਸ ਬਾਦਸ਼ਾਹ ਦਾ, ਉਹ ਬਾਦਸ਼ਾਹ ਆਦਲੀ ਮੁਨਸਫੀ, ਤੇ ਉਹ ਬਾਦਸ਼ਾਹ ਵਾਪਸ ਦੁਬਾਰਾ ਆ ਰਿਹਾ ਏ ਤੇ ਅਦਾਲਤ ਕਰਨ ਲਈ ਆ ਰਿਹਾ ਦੁਨੀਆ ਦੀ, ਤੇ ਉਹਦੇ ਸਾਹਮਣੇ ਜ਼ਿੰਦੇ ਵੀ ਖੜੇ ਹੋਣੇ ਆ ਤੇ ਮੁਰਦੇ ਵੀ, ਤੇ ਦੋਨਾਂ ਦੀ ਅਦਾਲਤ ਹੋਣੀ ਏ। ਤੇ ਉਸ ਨੂੰ ਗਵਾਹ ਠਹਿਰਾ ਕੇ ਮੈਂ ਕਹਿੰਦਾ ਤੈਨੂੰ ਤਕੀਦ ਕਰਨਾ ਏ ਕਿ ਤੂੰ ਕਲਾਮ ਦੀ ਮਨਾਦੀ ਕਰੀ, ਕਲਾਮ ਦੀ ਮਨਾਦੀ, ਤੇ ਵਕਤ ਬੇਵਕਤ ਮੁਸਤਦ ਰਹੀ, ਹਰ ਤਰ੍ਹਾਂ ਤਹਮਲ ਨਾਲ, ਤਲੀਮ ਨਾਲ, ਮਲਾਮਤ ਨਾਲ, ਨਸੀਹਤ ਨਾਲ ਸਮਝਾ ਦੇਂ। ਤੇ ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨੀ। ਸੋ ਵੀ ਰੋਜ਼ੇ ਰੱਖਣੇ ਆ ਕਿ ਯਸੂ ਮਸੀਹ ਨੇ 40 ਦਿਨ ਦੇ ਰੋਜ਼ੇ ਰੱਖੇ, ਉਹ ਨਹੀਂ ਵੀ ਉਹਦਾ ਫਾਕਾ ਏ। ਤੇ ਜ਼ਮਾਉਣ ਵਾਲੇ ਨੇ ਆਣ ਕੇ ਆਖਿਆ ਏ ਕਿ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਉਹਨੇ ਆਖਿਆ, ਬੰਦਾ ਰੋਟੀ ਨਾਲ ਜੀਤਾ ਹੀ ਨਹੀਂ ਰਹਿੰਦਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਉਹਦੇ ਮੂੰਹ ਚੋਂ ਨਿਕਲਦੀ ਹੈ, ਜ਼ਿੰਦਗੀ ਉਹਦੇ ਮੂੰਹ ਦੀਆਂ ਗੱਲਾਂ 'ਚ, ਜਿਸ ਨੂੰ ਅਸੀਂ ਸੁਣਨਾ ਕਬੂਲ ਨਹੀਂ ਕਰਦੇ, ਜਿਹੜੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਉਹਨੇ ਆਖਿਆ ਏ ਕਿ ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨੀ, ਬਲਕਿ ਕੰਨਾਂ ਦੀ ਖੁਜਲੀ ਦੇ ਬਾਇਸ ਖਵਾਹਿਸ਼ਾਂ ਦੇ ਮੁਤਾਬਕ ਉਸਤਾਦ ਬਣਾਉਣੇ ਨੇ। ਪਰ ਉਹਨੇ ਆਖਿਆ, ਤੂੰ ਸਾਰੀਆਂ ਗੱਲਾਂ 'ਚ ਹੁਸ਼ਿਆਰ ਰਹੀ, ਦੁੱਖ ਉਠਾ ਲਈ, ਬਸ਼ਾਰਤ ਦਾ ਕੰਮ ਅੰਜਾਮ ਦੇ ਲਵੀਂ। ਰੋਜ਼ੇ ਰੱਖਣੇ ਆ ਪਰ ਉਹਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦੇ। ਇਸ ਤਰ੍ਹਾਂ ਆਸਤਰ ਦੇ ਰੋਜ਼ੇ ਨੂੰ ਵੇਖਨੇ ਆ ਕਿ ਆਸਤਰ ਨੇ ਜਦੋਂ ਰੋਜ਼ਾ ਰੱਖਿਆ ਏ ਤੇ ਉਹਦੀ ਜ਼ਿੰਦਗੀ ਵਿੱਚ ਕੋਈ ਮਕਸਦ ਹੈ।
ਸਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਮਕਸਦ ਹੈ, ਜਾਂ ਐਵੇਂ ਦੇਖੋ ਦੇਖੀ ਰੱਖੀ ਆਉਂਦੇ ਆ? ਰੋਜ਼ੇ ਰੱਖਣੇ ਮਾੜੀ ਗੱਲ ਨਹੀਂ, ਬਹੁਤ ਚੰਗੀ, ਕਿਉਂਕਿ ਯਸਾਇਆ 58 ਬਾਬ ਨੂੰ ਪੜ੍ਹੀਏ ਤੇ ਉਹਦੇ ਵਿੱਚ ਲਿਖਿਆ ਹੈ ਕਿ ਰੋਜ਼ੇ ਦੀ ਹਾਲਤ ਵਿੱਚ ਉਹ ਖੁਦਾ ਦੀ ਨਜ਼ਦੀਕੀ ਲੱਭਦੇ ਸੀ, ਖੁਦਾ ਦੀ ਨਜ਼ਦੀਕੀ। ਕਿਉਂਕਿ ਖੁਦਾ ਦਿਲਾਂ ਨੂੰ ਨਰਮ ਕਰਦਾ ਹੈ, ਖੁਦਾ ਮਦਦ ਲਈ ਆਉਂਦਾ ਹੈ। ਆਸਤਰ ਦੀ ਵੀ ਮਦਦ ਲਈ ਫਿਰ ਖੁਦਾ ਆਇਆ। ਆਸਤਰ ਦੀ ਕਿਤਾਬ 4 ਬਾਬ, ਜਿਸਲੇ ਅਸੀਂ 16 ਐਤ ਨੂੰ ਪੜ੍ਹਦੇ ਹਾਂ ਤੇ ਉਸ ਨੇ ਆਖਿਆ ਕਿ ਜਾ ਹੁਣ ਸੋਸਨ ਦੇ ਵਿੱਚ ਤੂੰ ਜਿੰਨੇ ਵੀ ਯਹੂਦੀ ਮੌਜੂਦ ਹੈ ਉਹਨਾਂ ਨੂੰ ਇਕੱਠਾ ਕਰ ਤੇ ਉਹ ਮੇਰੇ ਲਈ ਰੋਜ਼ਾ ਰੱਖਣ। 3 ਦਿਨ ਦੇ ਬਾਅਦ ਰਾਤ ਦਿਨ ਕੁਝ ਨਾ ਖਾਣ ਤੇ ਮੈਂ ਵੀ ਕੁਝ ਨਹੀਂ ਖਾਵਾਂਗੀ ਤੇ ਮੇਰੀਆਂ ਸਹੇਲੀਆਂ ਵੀ ਕੁਝ ਨਹੀਂ ਖਾਣਗੀਆਂ। ਤੇ ਫਿਰ ਇਸ ਸੂਰਤ ਦੇ ਵਿੱਚ ਮੈਂ ਬਾਦਸ਼ਾਹ ਦੇ ਹਜ਼ੂਰ ਜਾਵਾਂਗੀ। ਰੋਜ਼ੇ ਦੀ ਹਾਲਤ ਵਿੱਚ ਬਾਦਸ਼ਾਹ ਦੇ ਹਜ਼ੂਰ ਜਾਵਾਂਗੀ, ਕਿਉਂਕਿ ਇਹ ਹੈਗਾ ਤੇ ਐਨ ਦੇ ਖਿਲਾਫ ਹੈ ਕਿ ਬਿਨਾਂ ਪੁੱਛ ਪਲਾਏ, ਬਿਨਾਂ ਪੁੱਛੇ ਬਾਦਸ਼ਾਹ ਦੀ ਹਜ਼ੂਰੀ 'ਚ ਚਲੇ ਜਾਣਾ, ਪਰ ਮੈਂ ਰੋਜ਼ੇ ਦੀ ਹਾਲਤ ਵਿੱਚ ਜਾਵਾਂਗੀ। ਤੇ ਮਰਦਕੀ ਨੇ ਫਿਰ ਇਸੇ ਤਰ੍ਹਾਂ ਕੀਤਾ ਹੈ। ਤੇ ਤੀਸਰੇ ਦਿਨ ਇਸ ਤਰ੍ਹਾਂ ਹੋਇਆ ਕਿ ਆਸਤਰ ਨੇ ਸ਼ਾਹਾਨਾ ਲਿਬਾਸ ਪਹਿਨੇ ਆਏ ਤੇ ਸ਼ਾਹੀ ਮਹਿਲ ਦੀ ਬਾਰਗਾਹਾਂ ਦੇ ਵਿੱਚ ਚਲੇ ਗਈ, ਜਿੱਥੇ ਬਾਦਸ਼ਾਹ ਦੀ ਤਖਤ ਤੇ। ਸੋ ਜਦੋਂ ਬਾਰਗਾਹਾਂ 'ਚ ਗਈ ਏ ਤੇ ਬਾਦਸ਼ਾਹ ਆਪਣੇ ਸ਼ਾਹੀ ਮਹਲਾਂ ਦੇ ਵਿੱਚ ਸਲਤਨਤ ਜਿੱਥੇ ਉਹਦਾ ਤਖਤ ਤੇ ਉਹਦੇ ਮੁਕਾਬਲ ਦਰਵਾਜ਼ੇ ਉੱਤੇ ਬੈਠਾ ਸੀਗਾ। ਤੇ ਇਸ ਤਰ੍ਹਾਂ ਹੋਇਆ ਹੈ ਕਿ ਜਦੋਂ ਬਾਦਸ਼ਾਹ ਨੇ ਆਸਤਰ ਨੂੰ ਵੇਖਿਆ ਹੈ ਕਿ ਉਹ ਖੜੀ ਏ ਤੇ ਉਹਦੀ ਨਜ਼ਰ ਵਿੱਚ ਮਕਬੂਲ ਠਹਿਰੀ, ਤੇ ਬਾਦਸ਼ਾਹ ਨੇ ਉਹ ਆਪਣਾ ਸੁਨਹਿਲਾ ਆਸਾ ਜਿਹੜਾ ਹੈ ਸੋਨੇ ਦਾ ਉਹਦੇ ਵੱਲ ਵਧਾਇਆ ਤੇ ਆਸਤਰ ਨੇ ਹੱਥ ਵਧਾ ਕੇ ਉਹਨੂੰ ਛੂਹਿਆ ਏ। ਤੇ ਜਦੋਂ ਆਸਤਰ ਨੇ ਨਜ਼ਦੀਕ ਜਾ ਕੇ ਆਸਾ ਦੀ ਨੋਕ ਨੂੰ ਛੂਹਿਆ ਹੈ ਤੇ ਬਾਦਸ਼ਾਹ ਨੇ ਉਹਨੂੰ ਆਖਿਆ, ਆਸਤਰ ਮਲਕਾ ਤੂੰ ਕੀ ਚਾਹੁੰਦੀ ਹੈ, ਕਿਸ ਚੀਜ਼ ਲਈ ਦਰਖਾਸਤ ਕਰਨੀ ਹੈ? ਅੱਧੀ ਸਲਤਨਤ ਤੱਕ ਉਹ ਤੈਨੂੰ ਬਖਸ਼ੀ ਜਾਏਗੀ। ਆਸਤਰ ਨੇ ਅਰਜ਼ ਕੀਤੀ, ਅਗਰ ਬਾਦਸ਼ਾਹ ਨੂੰ ਮਨਜ਼ੂਰ ਹੋਵੇ ਤੇ ਬਾਦਸ਼ਾਹ ਮੇਰੀ ਕੌਮ ਨੂੰ ਬਖਸ਼ ਦੇਵੇ। ਸੋ ਵੀ ਰੋਜ਼ੇ ਦੀ ਹਾਲਤ ਵਿੱਚ ਖੁਦਾ ਦੀ ਹਜ਼ੂਰੀ 'ਚ ਜਾਣਾ, ਆਪਣੇ ਬਾਦਸ਼ਾਹ ਦੇ ਯਸਾਇਆ 54 ਬਾਬ 5 ਐਤ 'ਚ ਲਿਖਿਆ ਹੈ ਕਿ ਤੇਰਾ ਖਾਲਕ ਤੇਰਾ ਸ਼ੋਹਰ ਹੈ, ਉਹ ਜਿਹੜਾ ਬਣਾਉਣ ਵਾਲਾ ਹੈ। ਇਹ ਸ਼ਹਿਜ਼ਾਦੀ ਮਲਕਾ ਰੋਜ਼ੇ ਦੀ ਹਾਲਤ ਵਿੱਚ ਆਪਣੇ ਬਾਦਸ਼ਾਹ ਦੇ ਸਾਹਮਣੇ ਗਈ ਹੈ। ਤੇ ਜਦੋਂ ਅਸੀਂ ਦੁਆਰ ਰੋਜ਼ੇ ਦੀ ਹਾਲਤ ਵਿੱਚ ਜਾਵਾਂਗੇ ਤੇ ਜੋ ਕੁਝ ਸਾਡੀਆਂ ਮੰਨਤਾਂ ਹੈ, ਇਲਤਜਾਵਾਂ ਹੈ, ਦਰਖਾਸਤਾਂ ਹੈ, ਜਿਸ ਲਈ ਅਸੀਂ ਇਫਸੀਓ 3 ਬਾਬ 20 ਤੇ 21 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ, ਤੁਹਾਡਾ ਖੁਦਾ ਅਲਾਵਾਂ ਦਾ ਅਲਾਹ ਤੇ ਖੁਦਾਵੰਦਾਂ ਦਾ ਖੁਦਾ ਹੈ। ਅਲਾਵਾਂ ਦਾ ਅਲਾਹ ਤੇ ਖੁਦਾਵੰਦਾਂ ਦਾ ਖੁਦਾ ਹੈ, ਤੇ ਕਾਦਰ ਤੇ ਮਹੀਬ ਖੁਦਾ ਹੈ। ਤੇਰੀਆਂ ਦਰਖਾਸਤਾਂ ਤੋਂ, ਤੇਰੇ ਖਿਆਲਾਂ ਤੋਂ ਵੱਧ ਕੇ, ਤੇਰੇ ਲਈ ਕਰਨ ਦੀ ਕੁਦਰਤ ਰੱਖਦਾ ਹੈ। ਪਰ ਕਹਿੰਦਾ ਕਲੀਸਿਆ ਵਿੱਚ ਤੇ ਮਸੀਹ ਯਸੂ ਵਿੱਚ ਪੁਸ਼ਤ ਦਰ ਪੁਸ਼ਤ ਤੇ ਅਬਦਲ ਆਬਾਦ
ਉਹਦੀ ਤਮਜੀਦ ਕਰਿਓ। ਆਓ ਵੀ ਉਹਦੀ ਰੋਜ਼ੇ ਤੇ ਰੱਖਣੇ, ਉਹਦੀ ਤਮਜੀਦ ਵੀ ਕਰੀਏ, ਉਹਦਾ ਕਹਿਣਾ ਵੀ ਮੰਨੀਏ, ਉਹਦੀਆਂ ਗੱਲਾਂ ਵੀ ਸੁਣੀਏ। ਰੋਜ਼ੇ ਤੇ ਰੱਖਣੇ ਆ ਤੇ ਗੱਲਾਂ ਉਹਦੀਆਂ ਚੰਗੀਆਂ ਨਹੀਂ ਲੱਗਦੀਆਂ, ਲੇਕਿਨ ਖੁਦਾ ਦਾ ਬੰਦਾ ਦਾਊਦ ਕੀ ਕਹਿੰਦਾ ਹੈ, ਮੈਂ ਗੱਲ ਖੁਦਾ ਦੀ ਸੁਣਾਂਗਾ। ਤੇ ਰੋਜ਼ੇ ਦੀ ਹਾਲਤ ਵਿੱਚ ਦਾਊਦ ਵੀ ਗਿਆ ਸੀ ਕਿ ਇਹ ਮੇਰਾ ਬੱਚਾ ਬਚ ਜਾਏ, ਜਿਹੜਾ ਖੁਦਾ ਦੀ ਨਜ਼ਰ ਵਿੱਚ ਠੀਕ ਨਹੀਂ ਸੀ, ਪਰ ਉੱਥੇ ਉਹਦਾ ਰੋਜ਼ਾ ਨਹੀਂ ਕਬੂਲ ਹੋਇਆ। ਅੱਛੀਆਂ ਸੋਚਾਂ ਰੱਖੀਏ, ਚੰਗੇ ਕੰਮ ਕਰੀਏ। ਆਸਤਰ ਗਈਏ, ਕੌਮ ਵਾਸਤੇ ਗਈਏ, ਕੌਮ ਨੂੰ ਬਚਾਉਣ ਵਾਸਤੇ ਗਈਏ, ਦੁਆਰ ਰੋਜ਼ੇ ਦੀ ਹਾਲਤ ਵਿੱਚ ਗਈਏ। ਬਾਦਸ਼ਾਹ ਖੁਸ਼ ਹੋ ਗਿਆ, ਅੱਧੀ ਸਲਤਨਤ ਤੱਕ ਦੇਣ ਤੱਕ ਤਿਆਰ ਹੈ। ਤੇ ਸਾਡਾ ਦੂਲਾ ਜਿਹੜਾ ਸਾਨੂੰ ਲੈਣ ਲਈ ਆ ਰਿਹਾ ਹੈ, ਕਿਆ ਉਹ ਘੱਟ ਕਰਦਾ ਹੈ? ਮਕਾਸ਼ਵਾ 3 ਬਾਬ 21 ਚ ਲਿਖਿਆ ਮਿਲਦਾ ਹੈ, ਜਿਹੜਾ ਗਾਲਬ ਆਵੇ ਮੈਂ ਉਸ ਨੂੰ ਆਪਣੇ ਨਾਲ ਤਖਤ ਤੇ ਬਾ ਲਾਂਗਾ, ਜਿੱਦਾਂ ਮੈਂ ਗਾਲਬ ਆਣ ਕੇ ਤਖਤ ਤੇ ਬੈਠ ਗਿਆ। ਉਹ ਦੂਲਾ ਵੀ ਤਖਤ ਤੇ ਬਾਉਣ ਲਈ ਤਿਆਰ ਹੈ। ਆਓ ਦੁਆ ਰੋਜ਼ੇ ਦੀ ਹਾਲਤ ਵਿੱਚ ਉਹਦੀ ਹਜ਼ੂਰੀ 'ਚ ਜਾਈਏ। ਪਰ ਬਾਪ ਦਾ ਤੇ ਧੀਆਂ ਪੁੱਤਰਾਂ ਦਾ ਇੱਕੋ ਹੀ ਸੋਚ ਹੋਵੇ। ਇਹ ਨਹੀਂ ਕਿ ਗੱਲਾਂ ਬਾਪ ਦੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਰੋਜ਼ੇ ਰੱਖਦੇ ਪਏ ਨਹੀਂ, ਉਹਦੀਆਂ ਗੱਲਾਂ ਨੂੰ ਵੀ ਕਬੂਲ ਕਰੀਏ, ਭਰਾਓ ਚੰਗੇ ਰਹਿ ਜਾਣਗੇ। ਜੇ 58 ਬਾਪ ਨੂੰ ਪੜ੍ਹ ਲਓ, ਉਹਦੇ 'ਚ ਸਾਰਾ ਰੋਜ਼ੇ ਦਾ ਮਕਸਦ ਸਾਹਮਣੇ ਆ ਜਾਏਗਾ। ਕੌਮ ਬਣੀ ਇਸਰਾਈਲ ਵੀ ਰੱਖਦੀ ਸੀ, ਪਰ ਖੁਦਾ ਗੱਲ ਨਹੀਂ ਸੁਣਦਾ ਸੀ। ਇਹ ਖੁਦਾ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਰੋਜ਼ਾ ਰੱਖੋ, ਮੈਂ ਤੁਹਾਡੀ ਸੁਣਾਂਗਾ। ਸੋ ਬਈ ਚੈਨਲ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ ਰੱਬ ਦੀਆਂ ਗੱਲਾਂ, ਮੇਰੇ ਚੈਨਲ ਦਾ ਨਾਂ ਰੱਬ ਦੀਆਂ ਗੱਲਾਂ, ਤੁਹਾਡੇ ਤੱਕ ਪਹੁੰਚਦੀਆਂ ਰਹਿਣ, ਜਿਹੜੀਆਂ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਖੁਦਾ ਤੈਨੂੰ ਬਰਕਤ ਦੇਵੇ।